ਉੱਪਰ ਤੇ ਉਹਨਾਂ ਦੇ ਬੱਚਿਆਂ ਦੇ ਉੱਪਰ, ਉਹਨਾਂ ਦੇ ਦੋਤੀਆਂ ਦੇ ਪੋਤੀਆਂ ਦੇ ਉੱਪਰ ਵੀ ਈਡੀ ਦੇ ਪਰਚੇ ਦਰਜ ਕਰਕੇ ਰੇਡਾਂ ਚਾਲੂ ਕੀਤੀਆਂ। ਔਰ ਤੁਹਾਨੂੰ ਦੇਖਿਆ ਕਿ ਉਸ ਤੋਂ ਬਾਅਦ ਕੇਂਦਰ ਦੀ ਸਰਕਾਰ ਨੇ ਜਦੋਂ ਬੀਜੇਪੀ ਦੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਸਾਰੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕੀਤੀ ਔਰ ਉਹ ਮੀਟਿੰਗ ਤੋਂ ਬਾਅਦ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹਨਾਂ ਨੂੰ ਤੋੜ ਸਕੀਏ, ਵਿੱਚੋਂ ਡਿਵਾਈਡ ਐਂਡ ਰੂਲ ਕਰ ਸਕੀਏ, ਜਿਵੇਂ ਅੰਗਰੇਜ਼ ਕਰਦੇ ਸੀ ਨਾ ਕਿ ਦੋ ਫਾੜ ਕਰਕੇ ਆਪ ਰਾਜ ਕਰਨ ਦੀ ਅਸੀਂ ਕੋਸ਼ਿਸ਼ ਕਰ ਸਕੀਏ। ਪਹਿਲਾਂ ਇਹਨਾਂ ਨੇ ਉਹ ਕੰਮ ਕੀਤਾ, ਜਦੋਂ ਉਹ ਕੰਮ ਸਿਰੇ ਨਹੀਂ ਚੜਿਆ ਤਾਂ ਉਸ ਤੋਂ ਬਾਅਦ ਜਿਹੜੇ ਸਾਡੇ ਆੜਤੀਏ ਵੀਰ ਹੁੰਦੇ ਆ ਇਹ ਕਿਸਾਨਾਂ ਨਾਲੋਂ ਥੋੜੀ ਜਿਹੀ ਘੱਟ ਅਗਰੈਸਿਵ ਕੌਮ ਹੁੰਦੀ ਹੈ। ਇਹ ਜਿਹੜਾ ਥੋੜਾ ਜਿਹਾ ਆਪਣੇ ਆਪ ਨੂੰ ਕਿਉਂਕਿ ਅਸੀਂ ਸ਼ਹਿਰਾਂ ਚ ਆਉਂਦੇ ਆ, ਇਹ ਥੋੜੀ ਘੱਟ ਅਗਰੈਸਿਵ ਕੌਮ ਹੁੰਦੀ ਹੈ ਤੇ ਇਹਨਾਂ ਨੇ ਹੁਣ ਆੜਤੀਆਂ ਵਰਗਾਂ ਦੇ ਉੱਪਰ ਇਹਨਾਂ ਨੇ ਸਾਰੇ ਪੰਜਾਬ ਵਿੱਚ ਰੇਡ ਕਰਨਾ ਸ਼ੁਰੂ ਕੀਤਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਪਹਿਲੇ ਦਿਨ ਤੋਂ ਸਾਰੇ ਆੜਤੀਏ ਵੀਰ, ਸਾਡੇ ਸਾਰੇ ਜਥੇਬੰਦੀ, ਸਾਡੇ ਸਾਰੇ ਲੋਕ ਸਮੁੱਚੇ ਪੰਜਾਬ ਵਿੱਚ ਕਿਸਾਨਾਂ ਭਰਾਵਾਂ ਦੇ ਨਾਲ ਹਮੇਸ਼ਾ ਡਟ ਕੇ ਖੜੇ। ਆ ਦੇਖੋ ਕਾਲਾ ਸਾਹਿਬ ਦਾ ਘਰ ਸਾਰਾ ਹਲਾ ਰੱਖਿਆ ਇਹਨਾਂ ਨੇ, ਰਾਤ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ 16-17 ਘੰਟੇ ਹੋ ਗਏ, 18 ਘੰਟੇ ਹੋ ਗਏ ਲਗਾਤਾਰ ਇਹਨਾਂ ਦੇ ਅਫਸਰ ਆਫੀਸ਼ੀਅਲਸ ਵੱਲੋਂ ਰੇਡ ਕੀਤੀ ਗਈ ਔਰ ਕੁਝ ਵੀ ਇਹਨਾਂ ਕੋਲੇ ਹਾਸਲ ਨਹੀਂ ਹੋਇਆ। ਕਹਿਣ ਦਾ ਮੇਰਾ ਮਕਸਦ ਇਹ ਹੈ ਕਿ ਇਹ ਜਿਹੜੀ ਕਿਸਾਨ ਜਥੇਬੰਦੀ ਦਾ ਮੁੱਦਾ ਦਿੱਲੀ ਵਿੱਚ ਚੱਲ ਰਿਹਾ, ਜੋ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਜੋ ਕਿਸਾਨਾਂ ਦੀ ਮੰਗ ਹੈ, ਜਿਸ ਦੇ ਵਿੱਚ ਅਸੀਂ ਸਾਰਿਆਂ ਨੇ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ, ਉਸ ਗੱਲ ਨੂੰ ਤੋੜਨ ਵਾਸਤੇ, ਕਿਉਂਕਿ ਉੱਥੇ ਕਿਸਾਨ ਭਰਾ ਨੇ ਟਸ ਤੋਂ ਮਸ ਨਹੀਂ ਹੋਏ ਤੇ ਅੱਜ ਇਸ ਗੱਲ ਨੂੰ ਤੋੜਨ ਵਾਸਤੇ ਇਹਨਾਂ ਨੇ ਆਹ ਪ੍ਰੈਸ਼ਰ ਪਾਉਣ ਵਾਸਤੇ ਆੜਤੀਆਂ ਦੇ ਉੱਪਰ ਰੇਡ ਕਰਨਾ ਸ਼ੁਰੂ ਕੀਤਾ। ਮੈਂ ਇਹ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਕਿਸਾਨਾਂ ਦੀ ਗੱਲ ਨੂੰ ਮੰਨਣਾ ਪੈਣਾ। ਅਸੀਂ ਸਾਰੇ ਲੋਕ ਇਕੱਠੇ ਮਰਦੇ ਦਮ ਤੱਕ ਅਸੀਂ ਸਾਰੇ ਮਿਲ ਕੇ ਲੜਾਈ ਲੜਾਂਗੇ। ਇਹ ਜਿਹੜੀਆਂ ਤੁਸੀਂ ਰੇਡਸ ਕਰ ਰਹੇ ਹੋ, ਇਹਦੇ ਨਾਲ ਤੁਸੀਂ ਟੈਂਪਰੇਰੀ ਲੋਕਾਂ ਨੂੰ ਡਰਾਉਣ ਦਾ ਕੰਮ ਕਰ ਰਹੇ ਹੋ ਔਰ ਲੋਕਤੰਤਰ ਦਾ ਘਾਣ ਕਰ ਰਹੇ ਹੋ। ਔਰ ਤੁਸੀਂ ਇਹ ਦੇਖੋ ਵੀ ਇਨਕਮ ਟੈਕਸ ਵਰਗੀਆਂ ਏਜੰਸੀਆਂ, ਕਦੇ ਤੁਸੀਂ ਸੁਣਿਆ ਕਿ ਕਿਸੇ ਬੰਦੇ ਦੀ ਆੜਤੀ ਦੁਕਾਨ ਹੈ, ਉੱਥੇ 2 ਬੱਸਾਂ CRPF ਦੀ ਪੁਲਿਸ ਦੇ ਮੁਲਾਜ਼ਮਾਂ ਦੇ ਨਾਲ ਜਾ ਰਹੀਆਂ ਰੇਡ ਮਾਰਨ ਵਾਸਤੇ। ਹਰ ਰੇਡ ਕਰਨ ਦਾ ਤਰੀਕਾ ਹੁੰਦਾ ਹੈ, ਹਰ ਚੀਜ਼ ਨੂੰ ਕਰਨ ਦਾ ਤਰੀਕਾ ਹੁੰਦਾ ਹੈ। ਮੈਂ ਇਹ ਜ਼ਰੂਰ ਸਮਝਦਾ ਕਿ ਅੱਜ ਜੋ ਇਹਨਾਂ ਨੇ ਇਹ ਗੱਲ ਕੀਤੀ ਹੈ, ਇਹ ਬਹੁਤ ਮਾੜੀ ਗੱਲ ਹੈ, ਇਹ ਬੜੀ ਦੁਖਦਾਇਕ ਗੱਲ ਹੈ। ਸਾਰੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਨਿੰਦਾ ਹੋ ਰਹੀ ਹੈ ਔਰ ਸਾਰੇ ਲੋਕ ਇਸ ਗੱਲ ਦੇ ਉੱਪਰ ਬੜਾ ਦਰਦ ਮਹਿਸੂਸ ਕਰ ਰਹੇ ਹਨ ਔਰ ਅਸੀਂ ਸਾਰੇ ਸਮੁੱਚੀ ਪੰਜਾਬ ਸਰਕਾਰ, ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਸਾਰੇ ਨਾਲ ਡਟ ਕੇ ਖੜੀ ਹੈ ਔਰ ਇਸ ਗੱਲ ਦਾ ਜਿੱਥੇ ਇਹ ਲੋਕ ਰੇਡ ਮਾਰਨ ਵਾਸਤੇ ਗੱਲ ਕਰਨਗੇ, ਉੱਥੇ ਜਾ ਕੇ ਸਾਡੇ ਲੋਕ ਉਸ ਰੇਡ ਦਾ ਵਿਰੋਧ ਕਰਨਗੇ ਔਰ ਉਸ ਗੱਲ ਦੇ ਨਾਲ ਸਾਡੇ ਲੋਕਾਂ ਦੀ ਸਪੋਰਟ ਕਰਨਗੇ, ਕਿਉਂਕਿ ਇਹ ਜਿਹੜੇ ਪ੍ਰੈਸ਼ਰ ਟੈਕਟਿਕਸ ਹੈ ਇਹ ਪੰਜਾਬ 'ਚ ਅਸੀਂ ਚੱਲਣੇ ਚਾਹੀਦੇ। ਸਰ ਇੱਕ ਗੱਲ ਹੈ, ਜਿਵੇਂ ਖੇਤੀਬਾੜੀ ਕਾਨੂੰਨ ਸਟੇਟ ਦਾ ਸਬਜੈਕਟ ਹੈ, ਬਟ ਸੈਂਟਰਲ ਮਿਨਿਸਟਰ ਕਹਿ ਰਿਹਾ ਵਾ ਕਿ ਅਸੀਂ 2000 ਤੋਂ ਇਹ ਚੱਲ ਰਿਹਾ ਸੀ ਪ੍ਰੋਸੈਸ ਔਰ ਇਨ ਬਿਟਵੀਨ UPA ਸਰਕਾਰ ਵੀ ਤੇ NDA ਨੇ ਵੀ ਇਹ ਸਾਰਾ ਔਰ ਸਟੇਟ ਸਰਕਾਰਾਂ ਨੇ ਵੀ ਇਹ ਪਾਸ ਕੀਤਾ, ਅਸੀਂ ਤਾਂ ਕਿ ਇਹ ਕੀਤਾ। ਤੋ ਇਸ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਕਿਉਂ ਨਹੀਂ ਦੇਸ਼ ਵਿਆਪੀ ਕੋਈ ਅੰਦੋਲਨ ਖੜਾ ਕਰਦੀ ਕਿ ਇਹ ਤੇ ਰਾਜਾਂ ਦਾ ਵਿਸ਼ਾ ਹੈ, ਕੇਂਦਰ ਨੇ ਬਣਾਈ ਕਿਉਂ? ਦੇਖੋ ਗੱਲ ਇਹ ਹੈ ਕਿ ਜਿਹੜੀ ਤੁਸੀਂ ਗੱਲ ਪੁੱਛੀ ਹੈ, ਇਸੇ ਕਰਕੇ ਸਾਡੀ ਸਰਕਾਰ ਨੇ ਪਹਿਲੇ ਦਿਨ ਇਹ ਕਾਨੂੰਨਾਂ ਨੂੰ ਲੀਗਲ ਰਾਏ ਲੈਣ ਤੋਂ ਬਾਅਦ ਹੀ ਇਹਨਾਂ ਨੂੰ ਰੱਦ ਕਰਨ ਵਾਸਤੇ ਦਾ ਪਲਾਨ ਬਣਾਇਆ ਸੀ, ਕਿਉਂਕਿ ਜਦੋਂ ਕੋਈ ਚੀਜ਼ ਪਾਰਲੀਮੈਂਟ ਦੇ ਵਿੱਚ ਪਾਸ ਹੋ ਜਾਂਦੀ ਹੈ ਉਹ ਸਾਡੇ ਦੇਸ਼ 'ਚ ਕਾਨੂੰਨ ਬਣ ਜਾਂਦਾ ਤੇ ਹੁਣ ਅਸੀਂ ਆਪਣੇ ਸਟੇਟ ਦੇ ਕਿਸਾਨਾਂ ਨੂੰ, ਅਸੀਂ ਆਪਣੇ ਸਟੇਟ ਦੇ ਵਿੱਚ ਕਿਸਾਨ ਦੀ MSP ਨੂੰ ਅਸੀਂ ਕਿਵੇਂ ਬਚਾ ਸਕਦੇ ਹਾਂ, ਅਸੀਂ ਆਪਣੇ ਸੂਬੇ ਨੂੰ ਕਿਸ ਤਰ੍ਹਾਂ ਬਚਾ ਸਕਦੇ ਹਾਂ, ਇਹ ਸਾਡਾ ਥਾਟ ਹੈ। ਤੇ ਉਸ ਗੱਲ ਨੂੰ ਸਮਝਦੇ ਹੋਏ ਮੈਂ ਤੁਹਾਨੂੰ ਕਹਿ ਰਿਹਾ ਕਿ ਅਸੀਂ ਜਿਹੜਾ ਵਿਧਾਨ ਸਭਾ ਵਿੱਚ 3 ਕਾਲੇ ਕਾਨੂੰਨ ਰੱਦ ਕੀਤੇ ਔਰ ਇੱਕ ਨਵਾਂ ਕਾਨੂੰਨ ਪੰਜਾਬ ਦੇ ਵਿੱਚ ਵਿਧਾਨ ਸਭਾ 'ਚ ਪਾਸ ਕੀਤਾ, ਉਹ ਇਹੀ ਸੀਗਾ ਕਿ ਜੇ ਕੋਈ ਬਾਹਰਲਾ ਵੱਡਾ ਉਦਯੋਗਪਤੀ ਆ ਕੇ MSP ਤੋਂ ਘੱਟ ਖਰੀਦ ਕਰੂਗਾ ਤਾਂ 3 ਸਾਲ ਦੀ ਕੈਦ ਪੰਜਾਬ ਦੀ ਸਰਕਾਰ ਉਸ ਉਦਯੋਗਪਤੀ ਨੂੰ ਜਾਂ ਉਸ ਸੰਸਥਾ ਨੂੰ ਕਰੂਗੀ। ਬਟ ਸਰ ਇਹ ਜਿਹੜੀ ਗੱਲ ਇਹ ਟੈਕਨੀਕਲ ਗੱਲ ਹੈ, ਕਿਉਂਕਿ ਜਦੋਂ ਕੋਈ ਕਾਨੂੰਨ ਹੈ ਤੇ ਕਾਨੂੰਨ ਨੂੰ ਤੁਸੀਂ ਲੀਗਲ ਵੇ ਨਾਲ ਹੀ ਤੁਸੀਂ ਉਹਨੂੰ ਫਾਈਟ ਆਊਟ ਕਰ ਸਕਦੇ ਹੋ ਔਰ ਜਦੋਂ ਗਵਰਨਰ ਸਾਹਿਬ ਨੇ ਉਹਦੀ ਮਨਜ਼ੂਰੀ ਨਹੀਂ ਦਿੱਤੀ ਤਾਂ ਜਿਹੜਾ ਨਵਾਂ ਕਾਨੂੰਨ ਅਸੀਂ ਆਪਣੀ ਵਿਧਾਨ ਸਭਾ 'ਚ ਪਾਸ ਕੀਤਾ ਉਹ ਸਾਡੇ ਪੰਜਾਬ 'ਚ ਲਾਗੂ ਨਹੀਂ ਹੋਇਆ ਔਰ ਜਿੱਦਣ ਵੀ ਗਵਰਨਰ ਉਹਨੂੰ ਮਨਜ਼ੂਰ ਕਰੂਗਾ ਉਸੇ ਦਿਨ ਉਹ ਕਾਨੂੰਨ ਪੰਜਾਬ 'ਚ ਲਾਗੂ ਹੋ ਜਾਊਗਾ ਤੇ ਫਿਰ ਕਿਹੜਾ ਬੜਾ ਉਦਯੋਗਪਤੀ ਪੰਜਾਬ 'ਚ ਆ ਕੇ MSP ਤੋਂ ਘੱਟ ਖਰੀਦ ਕਰਨ ਦੀ ਕੋਸ਼ਿਸ਼ ਕਰੂਗਾ। ਸਾਡਾ ਕੋਈ ਕੇਜਰੀਵਾਲ ਵਰਗਾ ਸਿਸਟਮ ਨਹੀਂ ਹੈਗਾ, ਆਮ ਆਦਮੀ ਪਾਰਟੀ ਵਰਗਾ, ਕਿ ਦਿੱਲੀ 'ਚ ਜਦੋਂ 3 ਕਾਨੂੰਨ ਬਣੇ ਤਾਂ ਕੇਜਰੀਵਾਲ ਦੀ ਸਰਕਾਰ ਨੇ 3 ਕਾਨੂੰਨ ਨੋਟੀਫਾਈ ਕਰਤੇ
23 ਸਤੰਬਰ ਨੂੰ ਉਹਨੇ ਨੋਟੀਫਾਈ ਕਰਤੇ, 23 ਨਵੰਬਰ ਨੂੰ ਨੋਟੀਫਾਈ ਕਰਤੇ, ਤੇ ਹੁਣ ਕੱਲ ਚੱਕ ਕੇ ਉਹਨਾਂ ਨੂੰ ਕਾਨੂੰਨਾਂ ਨੂੰ ਵਿਧਾਨ ਸਭਾ ਜਾ ਕੇ ਫੜਨ ਲੱਗੇ। ਤੋ ਇਹ ਸਾਨੂੰ ਨਾ ਤਾਂ ਡਰਾਮੇਬਾਜ਼ੀ ਆਉਂਦੀ ਹੈ, ਨਾ ਕਦੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਦੇ ਵਿਸ਼ਵਾਸਘਾਤ ਕੀਤਾ। ਜੇ ਸਾਡੇ ਸਰਕਾਰ ਸਾਡੀ ਲੋਕਾਂ ਨੇ ਬਣਾਈ ਹੈ ਤਾਂ ਲੋਕਾਂ ਦੀ ਲੜਾਈ ਲੜਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਸਾਡਾ ਸਿਸਟਮ ਕੋਈ ਬੀਜੇਪੀ ਦੀ ਮੋਦੀ ਸਰਕਾਰ ਵਾਂਗੂ ਨਹੀਂ ਹੈ ਕਿ ਜੇ ਬੀਜੇਪੀ ਦੀ ਸਰਕਾਰ ਬਣੀ ਦਿੱਲੀ ਦੇ ਵਿੱਚ ਤੇ ਅੱਜ ਕਾਨੂੰਨ ਪਾਸ ਹੋ ਗਿਆ ਪਾਰਲੀਮੈਂਟ ਦੇ ਵਿੱਚ ਬਿਨਾਂ ਕਿਸਾਨਾਂ ਨਾਲ ਗੱਲਬਾਤ ਕੀਤੇ, ਬਿਨਾਂ ਪਾਰਲੀਮੈਂਟ ਦੇ ਵਿੱਚ ਉਹ ਕਾਨੂੰਨ ਡਿਬੇਟ ਕੀਤੇ ਹੋਏ ਉਹ ਕਾਨੂੰਨ ਤੁਸੀਂ ਮਨਜ਼ੂਰ ਕਰਤਾ। ਤੁਹਾਨੂੰ ਪਤਾ ਨਹੀਂ, ਸਮਝ ਨਹੀਂ ਆ ਸਕਦੀ ਕਿ ਜੇ ਤੁਸੀਂ ਕਾਨੂੰਨ ਨੂੰ ਡਿਬੇਟ ਨਾ ਕਰੋ ਕਿ ਇਹ ਕਾਨੂੰਨ ਦੇ ਫਾਇਦੇ ਤੇ ਨੁਕਸਾਨ ਕੀ ਹੈ। ਤੇ ਅੱਜ ਜੇ 4 ਮਹੀਨਿਆਂ ਤੋਂ ਕਿਸਾਨ ਜਗ੍ਹਾ ਜਗ੍ਹਾ ਤੇ ਬੈਠ ਕੇ ਇਸ ਦਾ ਵਿਰੋਧ ਕਰ ਰਹੇ ਹੈ ਤੇ ਉਸ ਤੋਂ ਬਾਅਦ ਸਰਕਾਰ ਨੂੰ ਉਸ ਕਾਨੂੰਨ ਨੂੰ ਬਦਲਣ ਦੇ ਵਿੱਚ ਕੀ ਦਿੱਕਤ ਹੈ, ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ। ਸਰ ਇੰਜ ਨਹੀਂ ਲੱਗਦਾ ਵੀ ਜੇ ਸਾਰੇ ਮਿਲ ਕੇ ਸਿਆਸੀ ਪਾਰਟੀਆਂ ਤੋਂ ਨੋਟਬੰਦੀ, GST, 370 ਉਹਨਾਂ ਚੀਜ਼ਾਂ ਦਾ ਜੇ ਵਿਰੋਧ ਕਰਦੇ ਆ ਤੇ ਨਹੀਂ ਦੇਖਣੇ ਪੈਂਦੇ? ਅਸੀਂ ਤਾਂ ਵਿਰੋਧ ਸਾਂਝੇ ਤੌਰ ਤੇ ਕੀਤਾ। ਅਸੀਂ ਵਿਧਾਨ ਸਭਾ ਦੇ ਵਿੱਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਨਾਲ ਲੈ ਕੇ ਇਸ ਦਾ ਸਮਰਥਨ ਲਿੱਤਾ ਤੇ ਵਿਧਾਨ ਸਭਾ ਦੇ ਵਿੱਚ ਅਸੀਂ ਸਾਂਝੇ ਤੌਰ ਤੇ ਜੋ ਕਾਨੂੰਨ ਪੰਜਾਬ 'ਚ ਬਣਾਇਆ ਉਹਨੂੰ ਅਸੀਂ ਪਾਸ ਕੀਤਾ। ਗਵਰਨਰ ਸਾਹਿਬ ਦੇ ਘਰ ਤੱਕ ਅਸੀਂ ਸਾਰੇ ਇਕੱਠੇ ਗਏ, ਉਸ ਤੋਂ ਬਾਅਦ ਦੂਜੀ ਪਾਰਟੀਆਂ ਅੱਡ ਜਗ੍ਹਾ ਤੇ ਚਲੀ ਗਈਆਂ, ਉਹਦੇ 'ਚ ਅਸੀਂ ਕੀ ਕਰ ਸਕਦੇ। ਲੇਕਿਨ ਸਾਡੀ ਕਾਂਗਰਸ ਪਾਰਟੀ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਦਾ ਸਟੈਂਡ ਪਹਿਲੇ ਦਿਨ ਤੋਂ ਬਿਲਕੁਲ ਕਲੀਅਰ ਹੈ ਔਰ ਅਸੀਂ ਸਾਰੇ ਕਿਸਾਨ ਦੇ ਹਰ ਅੰਦੋਲਨ ਦੇ ਵਿੱਚ ਉਹਨਾਂ ਦੇ ਨਾਲ ਮਰਤੇ ਦਮ ਤੱਕ ਖੜੇ ਰਹਾਂਗੇ ਜਦ ਤੱਕ ਦਿੱਲੀ ਦੀ ਸਰਕਾਰ ਇਹ ਕਾਨੂੰਨ ਨੂੰ ਬਦਲਣ ਵਾਸਤੇ ਝੁਕਦੀ ਨਹੀਂ। ਸਰ ਜਿਹੜੇ ਸਾਈਲੋਜ਼ ਬਣੇ ਤੇ ਰੇਲ ਲਾਈਨਾਂ ਚਲੀਆਂ ਗਈਆਂ, ਉਹਨਾਂ ਐਡੇ ਐਡੇ ਸਾਈਲੋਜ਼ ਬਣੇ ਨੇ ਪੰਜਾਬ 'ਚ ਉਹਨਾਂ ਦੇ, ਕਿ ਇਹ ਸਰਕਾਰ ਨੂੰ ਪਤਾ ਨਹੀਂ ਸੀ ਵੀ ਇਹ ਕੀ ਹੋ ਰਿਹਾ ਪਹਿਲਾਂ? ਕਿਸ ਚੀਜ਼? ਆਈ ਥਿੰਕ ਸਰ ਜਿਵੇਂ ਅੰਬਾਨੀ ਅਡਾਨੀਆਂ ਦੇ ਸਾਈਲੋਜ਼ ਬਣੇ ਨੇ ਮੌਲ ਹੈ, ਇਹਨਾਂ ਰੇਲ ਲਾਈਨ ਜਿਵੇਂ ਆਪਣੀ ਇੱਥੋਂ ਰਲ ਕੇ ਤਾਂ ਸਿੱਧੀ ਜਾਂਦੀ ਨਹੀਂ, ਪੱਟੀ ਵਾਲੀ ਥੋੜੀ ਜੀ ਅੰਮ੍ਰਿਤਸਰ ਨੂੰ ਮਿਲਾਉਣ ਲਈ, ਬਟ ਉਹ ਰੇਲਵੇ ਲਾਈਨਾਂ ਸਿੱਧੀਆਂ ਉਹਨਾਂ ਦੇ ਸਾਈਲੋਜ਼ ਦੇ ਅੰਦਰ ਤੱਕ ਚਲੀਆਂ ਗਈਆਂ। ਉਹ ਤਾਂ ਸਰਕਾਰ ਨੂੰ ਪਹਿਲਾਂ ਇਹਦੀ ਜਾਣਕਾਰੀ ਨਹੀਂ ਸੀ ਕਿ ਇਹ ਚੀਜ਼ ਹੋਣ ਵਾਲੀ। ਪਤਾ ਕਿ ਜਿਹੜੇ ਲੋਕਾਂ ਦੀ ਸਰਕਾਰ ਸੀ ਉਸ ਵੇਲੇ ਉਹ ਤਾਂ ਉਸ ਸਰਕਾਰ 'ਚ ਸਹਿਯੋਗੀ ਸੀਗੇ ਜਿਸ ਵੇਲੇ ਇਹ ਕੰਮ ਹੋਇਆ। ਫੋਟੋ ਕੈਪਟਨ ਸਾਹਿਬ ਦੀਆਂ ਵੀ ਨਾਲ ਹੈ ਜੀ। ਫੋਟੋ ਤਾਂ ਕਿੰਨੀ ਮਰਜ਼ੀ ਲਾ ਲਓ, ਨਹੀਂ ਉਹਨਾਂ ਅੰਬਾਨੀਆਂ ਅਡਾਨੀਆਂ ਨਾਲ ਬਰਾਬਰ ਆ ਰਹੀਆਂ, ਇੱਕ ਤਾਂ ਸੋਸ਼ਲ ਮੀਡੀਆ ਦੇਖ ਰਹੇ। ਚਲੋ ਜਿੱਥੇ ਤੱਕ ਅੰਬਾਨੀ ਦੀ ਗੱਲ ਹੈਗੀ ਆ, ਅੰਬਾਨੀ ਦੇ ਤਾਂ ਪੂਰੇ ਦੇਸ਼ ਦੇ ਵਿੱਚ ਸਾਰੇ ਬੰਦਿਆਂ ਦੇ ਨਾਲ ਫੋਟੋ ਹੋ ਸਕਦੀ ਹੈ ਬਿਕੋਜ਼ ਉਸਨੇ ਆਪਣੇ ਦੇਸ਼ ਦੇ ਵਿੱਚ ਕਈ ਵਾਰ ਕੋਈ ਬੰਦਾ ਆਪਣੀ ਸਟੇਟ ਦੀ ਇੰਡਸਟਰੀ ਵਾਸਤੇ ਕੋਈ ਇੰਡਸਟਰੀ ਸਮਿਟ ਲਈ ਮਿਲਣ ਜਾਣਾ ਫੋਟੋ ਹੋਣ ਦੇ ਨਾਲ। ਤੇ ਇਹ ਜਿਹੜੀ ਕਿਸਾਨ ਦੇ ਮੂਵਮੈਂਟ ਹੈ ਇਹਦੇ ਨਾਲ ਤਾਂ ਮੈਂ ਸਮਝਦਾ ਨਹੀਂ ਕਿ ਕੋਈ ਗੱਲ ਦਾ ਕੋਈ। ਸਰ ਆਈ ਜਿਹੜਾ ਰੇਟ ਤੇ ਜਿਹੜੇ ਇਹਦੇ ਵਹੀਕਲਾਂ ਦੀ ਮਾਨਸਿਕ ਪਰੇਸ਼ਾਨੀ ਹੋਈ ਹੈ, ਇਸ ਸੰਬੰਧੀ ਤੁਸੀਂ ਕੋਈ ਐਕਸ਼ਨ ਪਾਰਟੀ ਵੱਲੋਂ ਕੋਈ ਲੈਣ ਜਾ ਰਹੇ ਆ ਜਾਂ ਕਿਸ ਤਰ੍ਹਾਂ ਕੋਈ? ਮੈਂ ਉਹਦੇ ਖੁਦ ਸਾਖਸ਼ਾਤ ਸਰਕਾਰ ਦਾ ਨੁਮਾਇੰਦਾ ਆੜਤੀ ਵਰਗ ਦਾ ਬੰਦਾ ਹੋਣ ਕਰਕੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਤਾਂ ਸਾਡਾ ਸੁੱਤਾ ਨਹੀਂ। ਮੈਂ ਤਾਂ ਸਭ ਤੋਂ ਪਹਿਲਾਂ ਮੇਰੇ ਮੁੱਖ ਮੰਤਰੀ ਸਾਹਿਬ ਵੀ ਚਿੰਤਿਤ ਹੈ ਤੇ ਮੈਂ ਤੁਹਾਡੇ 3 ਵਾਰੀ ਮੈਂ ਫੋਨ ਕਰਕੇ ਇਹਨਾਂ ਨਾਲ ਸਵੇਰ ਦਾ ਗੱਲ ਕਰ ਰਿਹਾ, ਬਾਕੀ ਲੋਕਾਂ ਨਾਲ ਗੱਲ ਕਰ ਰਹੇ ਹਾਂ। ਸਮਾਣੇ ਸਾਡੇ MLA ਸਾਹਿਬ ਸਾਡੇ ਪ੍ਰਧਾਨ ਸਾਹਿਬ ਕੋਲੇ ਜਾ ਕੇ ਉਹਨਾਂ ਦੇ ਵਾਸਤੇ ਗਏ। ਤਾਂ ਮੈਂ ਸਮਝਦਾ ਕਿ ਜਦੋਂ ਕੋਈ ਕੇਂਦਰ ਦੀ ਸਰਕਾਰ ਆਪਣਾ ਲੋਕਤੰਤਰ ਨੂੰ ਖਤਮ ਕਰਨ ਵਾਸਤੇ ਐਨਫੋਰਸਮੈਂਟ ਏਜੰਸੀਜ਼ ਨੂੰ ਯੂਜ਼ ਕਰਨ ਲੱਗ ਜਾਂਦੀ ਹੈ, ਉਸ ਵੇਲੇ ਤਾਂ ਅਸੀਂ ਇੱਕ ਦੂਜੇ ਨੂੰ ਸਪੋਰਟ ਉਹਦੇ ਕੋਲ ਜਾ ਕੇ ਉਹਦੀ ਸਹਿਮਤੀ ਨਾਲ ਹੀ ਸਹਿਯੋਗ ਕਰੀ ਜਾਂਦੇ ਐਂਡ ਵੀ ਆਰ ਆਲ देयर ਫॉर एवरीबॉडी। ਸਰ ਤੁਸੀਂ ਬਾਕੀ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਿਸਾਨ ਕਰਨ ਦੀ ਜਾਂ ਕਿਸੇ ਦੇ ਪ੍ਰੈਸ਼ਰ ਨਹੀਂ, ਮੈਂ ਜਿੱਥੇ ਤੱਕ ਸਾਡੇ ਕਿਸਾਨ ਭਰਾ ਸਾਡੇ ਬਾਰਡਰ ਤੇ ਬੈਠੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਸਾਰੇ ਤੁਹਾਡੇ ਨਾਲ ਹੈ। ਸਾਰਾ ਆੜਤੀ ਵਰਗ ਤੁਹਾਡੇ ਨਾਲ ਹੈ। ਸਾਡੇ ਉੱਪਰ ਜੋ ਮਰਜ਼ੀ ਤਸ਼ੱਦਦ ਹੋਵੇ ਤੁਹਾਡੇ ਨਾਲ ਡਟ ਕੇ ਖੜੇ ਹਾਂ ਜਦ ਤੱਕ ਆਪਾਂ ਇਸ ਲੜਾਈ ਦੇ ਵਿੱਚ ਜਿੱਤ ਹਾਸਲ ਨਹੀਂ ਕਰਾਂਗੇ। ਥੈਂਕ ਯੂ ਸਰ। ਜੀਰਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਤੁਹਾਡੇ ਹਲਕੇ ਦੇ ਵਿੱਚ ਏਡੀ ਵੱਡੀ ਕਾਰਵਾਈ ਹੋ ਰਹੀ ਹੈ ਜੀ। ਦੇਖੋ ਇਹ ਬਹੁਤ ਮਾੜੀ ਗੱਲ ਹੈ। ਇਹ ਤਾਂ ਮੈਂ ਇਹ ਗੱਲ ਕਹਾਂਗਾ ਕਿ ਔਰੰਗਜ਼ੇਬ ਦੀ ਰੂਹ ਦੂਜੀ ਆ ਗਈ ਹੈ ਇਹਦੇ ਵਿੱਚ ਕਿ ਔਰੰਗਜ਼ੇਬ ਇਹ ਕੁਛ ਕਰਦਾ ਸੀ, ਉਹਨੇ ਆਪਦੀ ਭੈਣ ਵੀ ਨਾ ਬਖਸ਼ੀ, ਪਿਓ ਵੀ ਨਾ ਬਖਸ਼ਿਆ, ਕਿਸੇ ਨੂੰ ਨਾ ਬਖਸ਼ਿਆ। ਉਹ ਕੁਛ ਮੋਦੀ ਜੀ ਇੱਕ ਜਿੱਦੀ ਸੁਭਾਅ ਔਰੰਗਜ਼ੇਬ ਨੂੰ ਬਣਾਈ ਖੜੇ ਨੇ। ਪਰ ਮੈਂ ਇਹ ਗੱਲ ਕਹਾਂਗਾ ਵੀ ਮੋਦੀ ਜੀ ਇਤਿਹਾਸ ਪੜ੍ਹ ਲਓ ਪੰਜਾਬ ਦਾ, ਕਦੀ ਜਲਿਆਂਵਾਲੇ ਬਾਗ ਦਾ ਤੁਸੀਂ ਪੜ੍ਹਿਆ ਹੋਵੇਗਾ ਇਤਿਹਾਸ, ਕਦੀ ਇਹ ਪੜ੍ਹ ਲਓ ਬਈ ਕਦੀ ਕੋਟਕਪੂਰੇ ਜੈਤੋ ਦੇ ਵਿੱਚ ਅੰਗਰੇਜ਼ਾਂ ਨੇ ਤੋਪਾਂ ਬੀੜ ਦਿੱਤੀਆਂ ਸੀ ਜਿਵੇਂ ਤੁਸੀਂ ਬੀੜੀ ਬੈਠੇ, ਜਿਵੇਂ ਇਹ ਬੀੜੀ ਬੈਠੇ ਨੇ ਅੰਗਰੇਜ਼ਾਂ ਨੇ ਤੋਪਾਂ ਬੀੜ ਦਿੱਤੀਆਂ ਸੀ। ਪਰ ਪੰਜਾਬ ਦਾ ਇਤਿਹਾਸ ਹੈ ਤੋਪਾਂ ਚੱਲਦੀਆਂ ਚੱਲਦੀਆਂ ਹਜ਼ਾਰਾਂ ਬੰਦੇ ਸ਼ਹੀਦ ਹੋ ਗਏ ਪਰ ਤੋਪਾਂ ਤੇ ਜਾ ਕੇ ਕਬਜ਼ਾ ਕਰ ਲਿਆ। ਜੇ ਤੁਸੀਂ ਇਹਨਾਂ ਦੇ ਤੋਪਾਂ ਦੇ ਸਿਰ ਤੇ ਆਪਦੀ ਫੋਰਸ ਦੇ ਸਿਰ ਤੇ ਕਹੋਗੇ ਨਾ ਬਈ ਮੈਂ ਹੰਕਾਰ ਹੈ ਮੈਨੂੰ, ਤੇ ਹੰਕਾਰ ਤਾਂ ਪੰਜਾਬੀਆਂ ਨੂੰ ਤੋੜਨਾ ਆਉਂਦਾ। ਠੀਕ ਹੈ ਕਿ ਸਾਡਾ ਸਬਰ ਦਾ ਪਿਆਲਾ ਹੈ
ਇਹ ਸਾਡਾ ਜਿਹੜਾ ਸਭਾ ਦਾ ਬਿਆਨ ਹੈ ਇਹਨੂੰ ਪਰਖੋ ਨਾ। ਅਸੀਂ ਸ਼ਾਂਤਮਈ ਰਹਿ ਕੇ ਲੜਾਈ ਲੜਦੇ ਆ ਤੇ ਸ਼ਾਂਤਮਈ ਤਰੀਕੇ ਨਾਲ ਗੱਲ ਕਰਦੇ ਆ, ਔਰ ਸਾਡੇ ਕਿਸਾਨ ਮੀਟਿੰਗਾਂ ਵੀ ਤੁਹਾਡੇ ਨਾਲ ਕਰ ਰਹੇ ਨੇ। ਪਰ ਜਿਹੜਾ ਤੁਹਾਡਾ ਇਹ ਰਵੱਈਆ ਇਹ ਬਹੁਤ ਨਿੰਦਣਯੋਗ ਹੈ, ਇਹ ਬਹੁਤ ਮਾੜਾ।